Good morning, dear students. I am Naresh Bansal. Today we will study the next chapter on saying please. It is beautifully written by A.Z. Gardiner. In this lesson, first we will discuss the summary of the lesson along with its explanation in Punjabi. Then we will discuss the short answer type questions, and in the last we will discuss the long answer type questions. We will discuss all these questions in Punjabi also. Now, let us start the chapter. First of all, introduction and summary of the lesson. This essay tells us about the value of good manners. ਇਹ ਲੇਖ ਸਾਨੂੰ ਚੰਗੇ ਸਿਸ਼ਟਾਚਾਰ ਦੀ ਮਹੱਤਤਾ ਦੇ ਬਾਰੇ ਵਿੱਚ ਦੱਸਦਾ ਹੈ। ਬੈਡ ਮੈਨਰਸ ਆਰ ਐਂਟੀ ਸੋਸ਼ਲ। ਬੁਰੇ ਸਿਸ਼ਟਾਚਾਰ ਸਮਾਜ ਵਿਰੋਧੀ ਹੁੰਦੇ ਹਨ। ਬਟ ਦੇ ਆਰ ਨਾਟ ਅ ਕ੍ਰਾਈਮ ਇਨ ਦਾ ਆਈਜ਼ ਆਫ ਦਾ ਲਾਅ। ਲੇਕਿਨ ਉਹ ਕਾਨੂੰਨ ਦੀ ਨਜ਼ਰਾਂ ਵਿੱਚ ਅਪਰਾਧ ਨਹੀਂ ਹੁੰਦੇ। And therefore the law does not permit us to hit back if we have been the victims of bad manners. ਇਸ ਲਈ ਜੇਕਰ ਅਸੀਂ ਬੁਰੇ ਸਿਸ਼ਟਾਚਾਰ ਦਾ ਸ਼ਿਕਾਰ ਹੁੰਦੇ ਹਾਂ ਤਾਂ ਕਾਨੂੰਨ ਸਾਨੂੰ ਵਾਪਸ ਹਮਲਾ ਕਰਨ ਦੀ ਆਗਿਆ ਨਹੀਂ ਦਿੰਦਾ। People begin to avoid a man with bad manners. ਲੋਕ ਮਾੜੇ ਸਿਸ਼ਟਾਚਾਰ ਵਾਲੇ ਵਿਅਕਤੀ ਤੋਂ ਬਚਣਾ ਸ਼ੁਰੂ ਕਰ ਦਿੰਦੇ ਹਨ। A person with good manners brings us happiness. ਇੱਕ ਚੰਗੇ ਸਿਸ਼ਟਾਚਾਰ ਵਾਲਾ ਵਿਅਕਤੀ ਸਾਡੇ ਲਈ ਖੁਸ਼ੀ ਲੈ ਕੇ ਆਉਂਦਾ ਹੈ। ਹਿਸ ਕੰਪਨੀ ਇਜ਼ ਇੰਡੀਡ ਵੈਰੀ ਪਲੈਜ਼ੈਂਟ। ਉਸ ਦਾ ਸਾਥ ਸੱਚਮੁੱਚ ਬਹੁਤ ਸੁਹਾਵਣਾ ਹੁੰਦਾ ਹੈ। ਦਿਸ ਚੈਪਟਰ ਸ਼ੋਜ਼ ਦ ਇੰਪੋਰਟੈਂਸ ਆਫ ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ ਇਨ ਆਵਰ ਡੇਲੀ ਲਾਈਫ। ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪਲੀਜ਼ ਅਤੇ ਥੈਂਕ ਯੂ ਵਰਗੇ ਸ਼ਬਦਾਂ ਦੀ ਕੀ ਮਹੱਤਤਾ ਹੈ ਉਹ ਇਹ ਚੈਪਟਰ ਦੱਸਦਾ ਹੈ। ਦਿਸ ਸੈਟਲ ਕੁਆਲਸ। ਇਹ ਸ਼ਬਦ ਜਿਹੜੇ ਨੇ ਸਿਸ਼ਟਾਚਾਰ ਦੇ ਜੋ ਸ਼ਬਦ ਨੇ ਇਹ ਛੋਟੇ ਮੋਟੇ ਲੜਾਈ ਝਗੜਿਆਂ ਨੂੰ ਨਿਪਟਾਉਂਦੇ ਹਨ। ਐਂਡ ਸੌਫਨ ਬੈਡ ਟੈਂਪਰਸ ਅਤੇ ਗੁੱਸੇ ਨੂੰ ਸ਼ਾਂਤ ਕਰਦੇ ਹਨ। ਵਨਸ ਏ ਪੈਸੇਂਜਰ ਰੂਡਲੀ ਆਰਡਰਡ ਆ ਲਿਫਟ ਮੈਨ ਟੂ ਟੇਕ ਹਿਮ ਔਨ ਦਾ ਟੌਪ। ਇੱਕ ਵਾਰ ਇੱਕ ਮੁਸਾਫਰ ਨੇ ਬੜੇ ਰੁੱਖੇ ਸੁਭਾਅ ਦੇ ਨਾਲ ਲਿਫਟ ਮੈਨ ਨੂੰ ਉੱਪਰ ਲਿਜਾਣ ਦੇ ਲਈ ਟੌਪ 'ਤੇ ਲਿਜਾਣ ਦੇ ਲਈ ਹੁਕਮ ਦਿੱਤਾ। ਦ ਲਿਫਟ ਮੈਨ ਵਾਜ਼ ਓਫੈਂਡਡ। ਲਿਫਟ ਮੈਨ ਨੂੰ ਗੁੱਸਾ ਆ ਗਿਆ ਐਂਡ ਥਰੂ ਦਾ ਪੈਸੇਂਜਰ ਆਊਟ ਆਫ ਦਾ ਲਿਫਟ। ਅਤੇ ਉਸ ਨੇ ਪੈਸੇਂਜਰ ਨੂੰ ਲਿਫਟ ਵਿੱਚੋਂ ਬਾਹਰ ਸੁੱਟ ਦਿੱਤਾ। ਦ ਲਿਫਟ ਮੈਨ ਵਾਜ਼ ਫਾਈਨਡ ਫॉर ਦਿਸ ਓਫੈਂਸ। ਲਿਫਟ ਮੈਨ ਨੂੰ ਇਸ ਅਪਰਾਧ ਦੇ ਲਈ ਜੁਰਮਾਨਾ ਕੀਤਾ ਗਿਆ। ਇਟ ਵਾਜ਼ ਅਨਡਾਊਟਡਲੀ ਰੋਂਗ ਬਿਕੋਜ਼ ਦ ਪੈਸੇਂਜਰ ਵਾਜ਼ ਆਲਸੋ ਐਟ ਫਾਲਟ। ਬਿਨਾਂ ਸੰਦੇਹ ਇਹ ਗਲਤ ਸੀ ਕਿਉਂਕਿ ਪੈਸੇਂਜਰ ਦੀ ਵੀ ਗਲਤੀ ਸੀ। ਹੀ ਵਾਜ਼ ਗਿਲਟੀ ਆਫ ਬੈਡ ਮੈਨਰਸ। ਉਹ ਬੁਰੇ ਸਿਸ਼ਟਾਚਾਰ ਦਾ ਦੋਸ਼ੀ ਸੀ। ਬੈਡ ਮੈਨਰਸ ਆਰ ਐਂਟੀ ਸੋਸ਼ਲ। ਬੈਡ ਮੈਨਰਸ ਬੁਰੇ ਸਿਸ਼ਟਾਚਾਰ ਸਮਾਜ ਵਿਰੋਧੀ ਹੁੰਦੇ ਹਨ। ਬਟ ਦੇ ਆਰ ਨਾਟ ਅ ਕ੍ਰਾਈਮ ਇਨ ਦਾ ਆਈਜ਼ ਆਫ ਦਾ ਲਾਅ। ਲੇਕਿਨ ਉਹ ਕਾਨੂੰਨ ਦੀ ਨਜ਼ਰਾਂ ਵਿੱਚ ਅਪਰਾਧ ਨਹੀਂ ਹੁੰਦੇ। ਹਾਊਐਵਰ ਦੇਰ ਇਜ਼ ਨੋ ਲਾਅ ਅਗੇਂਸਟ ਬੈਡ ਮੈਨਰਸ। ਹਾਲਾਂਕਿ ਬੁਰੇ ਸਿਸ਼ਟਾਚਾਰ ਦੇ ਵਿਰੁੱਧ ਕੋਈ ਵੀ ਕਾਨੂੰਨ ਨਹੀਂ ਹੈ। While it is true that there is no law that compels us to say please, ਹਾਲਾਂਕਿ ਇਹ ਸੱਚ ਹੈ ਕਿ ਕੋਈ ਵੀ ਐਸਾ ਕਾਨੂੰਨ ਨਹੀਂ ਹੈ ਜੋ ਸਾਨੂੰ ਪਲੀਜ਼ ਕਹਿਣ ਦੇ ਲਈ ਮਜਬੂਰ ਕਰੇ। There is a social practice that requires us to be civil. ਇਹ ਇੱਕ ਸਮਾਜਿਕ ਪ੍ਰਥਾ ਹੈ ਜੋ ਸਾਨੂੰ ਸੱਭਿਅਕ ਹੋਣ ਦੇ ਲਈ ਕਹਿੰਦੀ ਹੈ। Words like please and thank you are the little courtesies by which we can run our life sweetly. Please ਅਤੇ thank you ਵਰਗੇ ਸ਼ਬਦ ਛੋਟੇ ਛੋਟੇ ਸਿਸ਼ਟਾਚਾਰ ਹਨ ਜਿਨ੍ਹਾਂ ਦੇ ਦੁਆਰਾ ਅਸੀਂ ਆਪਣੀ ਜ਼ਿੰਦਗੀ ਨੂੰ ਮਿਠਾਸਪੂਰਵਕ ਚਲਾ ਸਕਦੇ ਹਾਂ। ਦ ਆਥਰ ਵੰਸ ਬੋਰਡਡ ਅ ਬੱਸ ਇਨ ਏ ਹਰੀ। ਲੇਖਕ ਇੱਕ ਵਾਰ ਕਾਲੀ ਕਾਲੀ ਇੱਕ ਬੱਸ ਦੇ ਵਿੱਚ ਸਵਾਰ ਹੋਇਆ। ਹੀ ਫਾਊਂਡ ਦੈਟ ਹੀ ਡਿਡੰਟ ਹੈਡ ਐਨੀ ਮਨੀ ਇਨ ਹਿਸ ਪੋਕਟ। ਉਹਨੇ ਦੇਖਿਆ ਕਿ ਉਸ ਦੀ ਜੇਬ ਵਿੱਚ ਪੈਸੇ ਨਹੀਂ ਸਨ। ਹੀ ਟੋਲਡ ਕੰਡਕਟਰ ਦੈਟ ਹੀ ਕੁਡੰਟ ਪੇ ਦ ਫੇਅਰ ਐਜ਼ ਹੀ ਹੈਡ ਨੋ ਮਨੀ। ਉਹਨੇ ਕੰਡਕਟਰ ਨੂੰ ਦੱਸਿਆ ਕਿ ਉਹ ਕਿਰਾਇਆ ਨਹੀਂ ਦੇ ਸਕਦਾ ਸੀ ਜਿਵੇਂ ਕਿ ਉਸ ਕੋਲ ਪੈਸੇ ਨਹੀਂ ਸਨ। ਬਟ ਦ ਬੱਸ ਕੰਡਕਟਰ ਵਾਜ਼ ਵੈਰੀ ਪੋਲਾਈਟ।
लेकिन बस कंडक्टर बड़े निम्र सुभाव वाला व्यक्ति सी। ही गेव हिम द टिकट फॉर हिज डेस्टिनेशन। उसने टिकट उस लेखक ਨੂੰ ਉਸਦੀ ਮੰਜ਼ਿਲ ਤੱਕ ਦੀ ਟਿਕਟ ਦੇ ਦਿੱਤੀ। ਦ ਆਥਰ ਵਾਜ਼ ਡੀਪਲੀ ਇੰਪ੍ਰੈਸਡ ਵਿਦ ਦ ਕਾਈਂਡਨੈਸ ਆਫ ਦ ਕੰਡਕਟਰ। ਲੇਖਕ ਕੰਡਕਟਰ ਦੀ ਦਿਆਲਤਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਹੀ ਲਰਨਡ ਫਰੋਮ ਹਿਮ ਦ ਲੈਸਨ ਆਫ ਕਾਰਟਸੀ। ਉਹਨੇ ਉਹਦੇ ਕੋਲੋਂ ਸਿਸ਼ਟਾਚਾਰ ਦਾ ਸਬਕ ਸਿੱਖਿਆ। ਦ ਕੰਡਕਟਰ ਹੈਡ ਏ ਲੋਟ ਆਫ ਪੇਸ਼ੈਂਸ। ਕੰਡਕਟਰ ਦੇ ਅੰਦਰ ਬਹੁਤ ਜ਼ਿਆਦਾ ਸਬਰ ਸੀ। ਵਨ ਡੇ ਦ ਕੰਡਕਟਰ ਕ੍ਰਸ਼ ਦ ਆਥਰਸ ਮੋਸਟ ਸੈਂਸਿਟਿਵ ਟੋ। ਇੱਕ ਦਿਨ ਕੰਡਕਟਰ ਨੇ ਲੇਖਕ ਦੇ ਪੈਰ ਦੇ ਅੰਗੂਠੇ ਨੂੰ ਕੁਚਲ ਦਿੱਤਾ। ਦ ਆਥਰ ਵਾਸ ਪੇਨਡ। ਲੇਖਕ ਨੂੰ ਦਰਦ ਹੋਇਆ। ਦ ਕੰਡਕਟਰ ਬੀਂਗ ਅਪੋਲੋਜਾਈਜ਼ਡ ਵੈਰੀ ਪ੍ਰੋਫਿਊਜ਼ਲੀ। ਕੰਡਕਟਰ ਨੇ ਬੜੇ ਪਿਆਰ ਦੇ ਨਾਲ ਮਾਫੀ ਮੰਗੀ। ਦ ਆਥਰ ਅਸ਼ੋਰਡ ਹਿਮ ਦੈਟ ਹੀ ਵਾਜ਼ਨਟ ਹਰਟ। ਲੇਖਕ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਸ ਨੂੰ ਤਕਲੀਫ ਨਹੀਂ ਹੋਈ। ਆਫ ਲੇਟ ਦ ਆਥਰ ਮਿਸ ਦ ਕੰਡਕਟਰ ਔਨ ਹਿਜ਼ ਰੂਟ। ਉਸ ਤੋਂ ਬਾਅਦ ਲੇਖਕ ਨੇ ਕੰਡਕਟਰ ਨੂੰ ਉਸ ਰਾਸਤੇ 'ਤੇ ਨਹੀਂ ਦੇਖਿਆ। ਹੀ ਮਾਈਟ ਹੈਵ ਗੋਨ ਟੂ ਅਨਦਰ ਰੂਟ। ਉਹ ਸ਼ਾਇਦ ਕਿਸੇ ਹੋਰ ਦੂਸਰੇ ਰਸਤੇ 'ਤੇ ਚਲਾ ਗਿਆ ਹੋਵੇਗਾ। ਦ ਆਥਰ ਹੋਪ ਦੈਟ ਹੀ ਮਾਈਟ ਹੈਵ ਕੈਰੀਡ ਦ ਸਨਸ਼ਾਈਨ ਆਫ ਹਿਜ਼ ਪੋਲਾਈਟਨੈਸ ਟੂ ਅਨਦਰ ਰੋਡ। ਲੇਖਕ ਨੂੰ ਉਮੀਦ ਸੀ ਕਿ ਉਹ ਕਿਸੇ ਦੂਸਰੀ ਸੜਕ ਦੇ ਉੱਪਰ ਆਪਣੀ ਨਿਮਰਤਾ ਦੀ ਚਮਕ ਜਿਹੜੀ ਹੈ ਉਹ ਬਿਖੇਰ ਰਿਹਾ ਹੋਵੇਗਾ। One day Chesterfield met a rude man in the street while walking close to the wall, as there were no payments at that time. ਇੱਕ ਦਿਨ ਚੈਸਟਰਫੀਲਡ ਕੰਧ ਦੇ ਨਾਲ ਇੱਕ ਗਲੀ ਵਿੱਚ ਜਾ ਰਿਹਾ ਸੀਗਾ, ਜਿੱਥੇ ਉਹ ਇੱਕ ਰੁੱਖੇ ਸੁਭਾਅ ਵਾਲੇ ਵਿਅਕਤੀ ਨੂੰ ਮਿਲਿਆ, ਕਿਉਂਕਿ ਉਸ ਵੇਲੇ ਉਸ ਸਮੇਂ ਫੁੱਟਪਾਥ ਜਿਹੜੇ ਆ ਪੇਮੈਂਟਸ ਜਿਹੜੇ ਆ ਉਹ ਨਹੀਂ ਹੁੰਦੇ ਸੀ। The man told Chesterfield that never give the wall to a scoundrel. ਉਸ ਆਦਮੀ ਨੇ ਚੈਸਟਰਫੀਲਡ ਨੂੰ ਦੱਸਿਆ ਕਿ ਇਹ ਕੰਧ ਕਦੇ ਵੀ ਕਿਸੇ ਬਦਮਾਸ਼ ਨੂੰ ਨਹੀਂ ਦੇਣੀ। ਚੈਸਟਰਫੀਲਡ ਵਾਸ ਵੈਰੀ ਪੋਲਾਈਟ ਵਿਦ ਦ ਮੈਨ। ਚੈਸਟਰਫੀਲਡ ਉਸ ਆਦਮੀ ਦੇ ਨਾਲ ਨਿਮਰਤਾ ਦੇ ਨਾਲ ਪੇਸ਼ ਆਇਆ। ਐਂਡ ਰਿਪਲਾਈਡ ਦੈਟ ਹੀ ਆਲਵੇਜ਼ ਡਿਡ ਐਂਡ ਸਟੈਪਡ ਇਨਟੂ ਦ ਰੋਡ ਵਿਦ ਏ ਬੋ। ਅਤੇ ਉਸਨੇ ਉੱਤਰ ਦਿੱਤਾ ਕਿ ਉਹ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਕਰਦਾ ਸੀ ਤੇ ਸਿਰ ਝੁਕਾ ਕੇ ਸੜਕ 'ਤੇ ਅੱਗੇ ਵੱਧ ਗਿਆ। ਆ ਰਿਊਡ ਪਰਸਨ ਮੇ ਗੈਟ ਓਨਲੀ ਫਿਜ਼ੀਕਲ ਵਿਕਟਰੀ। ਇੱਕ ਰੁੱਖੇ ਸੁਭਾਅ ਦਾ ਵਿਅਕਤੀ ਸਰੀਰਕ ਜਿੱਤ ਤਾਂ ਪ੍ਰਾਪਤ ਕਰ ਸਕਦਾ ਹੈ, ਬਟ ਏ ਪੋਲਾਈਟ ਪਰਸਨ ਮੇ ਲੂਜ਼ ਦ ਮਟੀਰੀਅਲ ਐਡਵਾਂਟੇਜ ਬਟ ਹੀ ਆਲਵੇਜ਼ ਹੈਜ਼ ਦ ਸਪਿਰਿਚੁਅਲ ਵਿਕਟਰੀ। ਇੱਕ ਨਿਮਰ ਸੁਭਾਅ ਦਾ ਵਿਅਕਤੀ ਪਦਾਰਥਕ ਲਾਭ ਨੂੰ ਤਾਂ ਗਵਾ ਸਕਦਾ ਹੈ, ਲੇਕਿਨ ਉਹ ਹਮੇਸ਼ਾ ਆਤਮਿਕ ਜਿੱਤ ਜਿਹੜੀ ਆ ਪ੍ਰਾਪਤ ਕਰਦਾ ਹੈ। The writer suggests us to be polite even with the rude fellow. ਲੇਖਕ ਸਾਨੂੰ ਰੁੱਖੇ ਸੁਭਾਅ ਵਾਲੇ ਵਿਅਕਤੀ ਦੇ ਨਾਲ ਵੀ ਨਿਮਰਤਾ ਦੇ ਨਾਲ ਪੇਸ਼ ਆਉਣ ਦੀ ਸਲਾਹ ਦਿੰਦਾ ਹੈ। If the liftman had treated the passenger in a civil manner, ਜੇਕਰ ਲਿਫਟ ਵਾਲੇ ਨੇ ਉਸ ਮੁਸਾਫਿਰ ਦੇ ਨਾਲ ਸਭਿਅਕ ਢੰਗ ਦੇ ਨਾਲ ਵਿਵਹਾਰ ਕੀਤਾ ਹੁੰਦਾ, he would have attained a spiritual victory over him, ਤਾਂ ਉਸ ਨੇ ਉਸ ਉੱਪਰ ਆਤਮਿਕ ਜਿੱਤ ਪ੍ਰਾਪਤ ਕਰ ਲੈਣੀ ਸੀ। Now students, we will discuss the short answer type questions. First question, why was the passenger hauled out of the lift? ਕਿਉਂ ਪੈਸੇਂਜਰ ਨੂੰ ਲਿਫਟ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ? Because he didn't say top please, ਕਿਉਂਕਿ ਉਸਨੇ top please ਨਹੀਂ ਕਿਹਾ ਸੀ। Second, how could the liftman restore his equilibrium? ਕਿਸ ਤਰ੍ਹਾਂ ਕਿਵੇਂ ਲਿਫਟਮੈਨ ਆਪਣੇ ਸੰਤੁਲਨ ਨੂੰ ਬਹਾਲ ਕਰ ਸਕਿਆ? ਆਨਸਰ, he could restore his equilibrium by ill-treating his wife at home in the evening. ਸ਼ਾਮ ਨੂੰ ਘਰ ਦੇ ਵਿੱਚ ਆਪਣੀ ਪਤਨੀ ਦੇ ਨਾਲ ਮਾੜਾ ਵਿਵਹਾਰ ਕਰਕੇ ਉਹ ਆਪਣੇ ਸੰਤੁਲਨ ਨੂੰ ਬਹਾਲ ਕਰ ਸਕਿਆ। ਥਰਡ, what is the first requirement of civility? ਸਭਿਅਕ ਹੋਣ ਦੀ ਪਹਿਲੀ ਲੋੜ ਕੀ ਹੈ? ਆਨਸਰ ਇਜ਼ ਦੈਟ ਇਟ ਇਜ਼ ਦੈਟ ਵੀ ਸ਼ੁੱਡ ਐਕਨੋਲੇਜ ਅ ਸਰਵਿਸ, ਕਿ ਸਾਨੂੰ ਸੇਵਾ ਨੂੰ ਅਪਣਾਉਣਾ ਚਾਹੀਦਾ ਹੈ। ਵਟ ਸਰਵਸ ਅ ਲਿਟਲ ਕਰਟਸੀਜ਼ ਇਨ ਆਵਰ ਡੇਲੀ ਲਾਈਫ? ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ
ਕਿਹੜੇ ਸ਼ਬਦ ਜਿਹੜੇ ਨੇ ਛੋਟੇ ਛੋਟੇ ਸ਼ਿਸ਼ਟਾਚਾਰ ਹੁੰਦੇ ਹਨ। ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ ਆਰ ਦਾ ਲਿਟਲ ਕਾਰਟਸਿਸ ਇਨ ਆਵਰ ਡੇਲੀ ਲਾਈਫ। ਪਲੀਜ਼ ਅਤੇ ਥੈਂਕ ਯੂ ਵਰਗੇ ਸ਼ਬਦ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਛੋਟੇ ਛੋਟੇ ਸ਼ਿਸ਼ਟਾਚਾਰ ਹੁੰਦੇ ਹਨ। ਫਿਫਥ ਕੁਐਸਚਨ, ਵਾਈ ਵਾਜ਼ ਦਾ ਨਰੇਟਰ ਅਨਾਇਡ ਐਟ ਹਿਮਸੈਲਫ ਇਨ ਦਾ ਬੱਸ। ਕਿਉਂ ਲੇਖਕ ਬੱਸ ਦੇ ਵਿੱਚ ਆਪਣੇ ਆਪ 'ਤੇ ਗੁੱਸੇ ਹੋਇਆ। ਬਿਕੋਜ਼ ਹੀ ਫਾਊਂਡ ਦੈਟ ਹੀ ਹੈਡ ਨੋ ਮਨੀ ਇਨ ਹਿਸ ਪਾਕਟ। ਕਿਉਂਕਿ ਉਸਨੇ ਦੇਖਿਆ ਕਿ ਉਸਦੀ ਜੇਬ ਦੇ ਵਿੱਚ ਪੈਸੇ ਨਹੀਂ ਸਨ। ਨੰਬਰ 6, ਡਿਸਕ੍ਰਾਈਬ ਦਾ ਗਲੋ ਆਫ ਪਲੈਜ਼ਰ ਦੈਟ ਦਾ ਨਰੇਟਰ ਐਕਸਪੀਰੀਅੰਸਡ। ਖੁਸ਼ੀ ਦੀ ਚਮਕ ਜੋ ਦਾ ਵਰਣਨ ਕਰੋ ਜੋ ਨਰੇਟਰ ਨੇ ਅਨੁਭਵ ਕੀਤੀ। ਹੀ ਡਿਡ ਨਾਟ ਹੈਵ ਮਨੀ ਬਟ ਦਾ ਕੰਡਕਟਰ ਗੇਵ ਹਿਮ ਦਾ ਟਿਕਟ। ਇਹ ਖੁਸ਼ੀ ਦੀ ਚਮਕ ਇਹ ਸੀ ਕਿ ਉਸ ਕੋਲ ਪੈਸੇ ਨਹੀਂ ਸੀਗੇ, ਫਿਰ ਵੀ ਕੰਡਕਟਰ ਨੇ ਉਸ ਨੂੰ ਟਿਕਟ ਦੇ ਦਿੱਤੀ। 7th, ਵਟ ਵਰ ਦਾ ਗੁੱਡ ਕੁਆਲਿਟੀਜ਼ ਆਫ ਦਾ ਕੰਡਕਟਰ। ਕੰਡਕਟਰ ਦੇ ਕਿਹੜੇ ਕਿਹੜੇ ਚੰਗੇ ਗੁਣ ਸਨ। ਹੀ ਵਾਜ਼ ਚੀਅਰਫੁਲ, ਹੈਲਪਫੁਲ ਐਂਡ ਗੁੱਡ ਨੇਚਰ ਮੈਨ। ਉਹ ਹਸਮੁਖ, ਮਦਦਗਾਰ ਅਤੇ ਚੰਗੇ ਸੁਭਾਅ ਵਾਲਾ ਆਦਮੀ ਸੀ। ਹਾਊ ਕੁਡ ਦਾ ਲਿਫਟਮੈਨ ਹੈਵ ਅਵੋਇਡਡ ਦਾ ਟਰਬਲ। ਕਿਸ ਤਰ੍ਹਾਂ ਲਿਫਟਮੈਨ ਮੁਸੀਬਤ ਤੋਂ ਬਚ ਸਕਦਾ ਸੀ। ਇਫ ਹੀ ਹੈਡ ਟਰੀਟਡ ਦਾ ਪੈਸੇਂਜਰ ਵਿਦ ਮੋਰ ਪੋਲਾਈਟਨੈਸ। ਜੇਕਰ ਉਸਨੇ ਪੈਸੇਂਜਰ ਦੇ ਨਾਲ ਹੋਰ ਜ਼ਿਆਦਾ ਨਿਮਰਤਾ ਦੇ ਨਾਲ ਵਿਵਹਾਰ ਕੀਤਾ ਹੁੰਦਾ। ਨੰਬਰ 9, ਹਾਊ ਡੂ ਵੀ ਇਨਫੈਕਟ ਦਾ ਵਰਲਡ। ਅਸੀਂ ਕਿਵੇਂ ਦੁਨੀਆ ਨੂੰ ਦੂਸ਼ਿਤ ਕਰਦੇ ਹਾਂ। ਵੀ ਇਨਫੈਕਟ ਦਾ ਵਰਲਡ ਵਿਦ ਅਵਰ ਇਲ ਹਿਊਮਰ। ਅਸੀਂ ਆਪਣੇ ਬੁਰੀ ਭਾਵਨਾ ਦੇ ਨਾਲ ਦੁਨੀਆ ਨੂੰ ਦੂਸ਼ਿਤ ਕਰਦੇ ਹਾਂ। Now students, we will discuss long answer type questions. In this category, the first question is draw a brief character sketch of the bus conductor in your own words. ਆਪਣੇ ਸ਼ਬਦਾਂ ਦੇ ਵਿੱਚ ਬੱਸ ਕੰਡਕਟਰ ਦੇ ਚਰਿੱਤਰ ਚਿੱਤਰਨ ਦਾ ਸੰਖੇਪ ਦੇ ਵਿੱਚ ਵਰਣਨ ਕਰੋ। The bus conductor was a very cheerful and good natured man. ਬੱਸ ਕੰਡਕਟਰ ਇੱਕ ਬਹੁਤ ਹੀ ਹਸਮੁਖ ਅਤੇ ਚੰਗੇ ਸੁਭਾਅ ਦਾ ਵਿਅਕਤੀ ਸੀ। ਹੀ ਵਾਜ਼ ਫੁੱਲ ਆਫ ਪੇਸ਼ੈਂਸ। ਉਸ ਦੇ ਵਿੱਚ ਸਬਰ ਬਹੁਤ ਜ਼ਿਆਦਾ ਸੀ। ਹੀ ਨੈਵਰ ਲੋਸਟ ਹਿਸ ਟੈਂਪਰ। ਉਹ ਕਦੇ ਗੁੱਸੇ ਨਹੀਂ ਹੁੰਦਾ ਸੀ। ਹੀ ਕੈਪਟ ਹਿਸ ਪੈਸੇਂਜਰਸ ਕੰਫਰਟੇਬਲ। ਉਹ ਆਪਣੇ ਯਾਤਰੀਆਂ ਨੂੰ ਆਰਾਮ ਦੇ ਨਾਲ ਰੱਖਦਾ ਸੀ। ਹੀ ਵਾਜ਼ ਵੈਰੀ ਹੈਲਪਫੁਲ ਟੂ ਹਿਸ ਪੈਸੇਂਜਰਸ। ਉਹ ਆਪਣੇ ਯਾਤਰੀਆਂ ਦੇ ਲਈ ਬਹੁਤ ਮਦਦਗਾਰ ਸੀ। ਵਿਦ ਐਲਡਰਸ ਹੀ ਵਾਜ਼ ਲਾਈਕ ਏ ਰਿਸਪੈਕਟਫੁਲ ਸਨ। ਬਜ਼ੁਰਗਾਂ ਦੇ ਨਾਲ ਉਹ ਇੱਕ ਆਦਰਨੀय ਸਨਮਾਨਿਤ ਪੁੱਤਰ ਦੇ ਵਾਂਗ ਸੀ। ਵਿਦ ਦ ਚਿਲਡਰਨ ਹੀ ਵਾਜ਼ ਲਾਈਕ ਏ ਲਵਿੰਗ ਫਾਦਰ। ਬੱਚਿਆਂ ਦੇ ਨਾਲ ਉਹ ਇੱਕ ਪਿਆਰ ਕਰਨ ਵਾਲੇ ਪਿਤਾ ਦੇ ਵਾਂਗ ਸੀ। ਹੀ ਕਰੈਕਡ ਜੋਕਸ ਵਿਦ ਯੰਗ ਪਰਸਨਸ। ਉਹ ਨੌਜਵਾਨ ਵਿਅਕਤੀਆਂ ਦੇ ਨਾਲ ਹਾਸਾ ਮਜ਼ਾਕ ਕਰਦਾ ਸੀ। ਹੀ ਟੁੱਕ ਸਪੈਸ਼ਲ ਕੇਅਰ ਆਫ ਦਾ ਬਲਾਈਂਡ ਐਂਡ ਦਾ ਹੈਂਡੀਕੈਪਡ ਪੀਪਲ। ਉਹ ਖਾਸ ਤੌਰ 'ਤੇ ਅੰਨ੍ਹੇ ਅਤੇ ਅਪਾਹਜ ਲੋਕਾਂ ਦਾ ਧਿਆਨ ਰੱਖਦਾ ਸੀਗਾ, ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੰਦਾ ਸੀ। ਹੀ ਵਾਜ਼ ਜੈਂਟਲ ਐਂਡ ਸੌਫਟ ਸਪੋਕਨ। ਉਹ ਨਿਮਰ ਸੁਭਾਅ ਦਾ ਮਿੱਠ ਬੋਲੜਾ ਵਿਅਕਤੀ ਸੀ। ਵੰਸ ਹੀ ਹੈਲਪਡ ਦਾ ਰਾਈਟਰ ਬਾਈ ਗਿਵਿੰਗ ਦਾ ਬੱਸ ਟਿਕਟ ਵੈਨ ਹੀ ਵਾਜ਼ ਵਿਦਾਊਟ ਮਨੀ। ਇੱਕ ਵਾਰ ਉਸ ਨੇ ਲੇਖਕ ਦੀ ਟਿਕਟ ਦੇ ਕੇ ਬੱਸ ਦੀ ਟਿਕਟ ਦੇ ਕੇ ਸਹਾਇਤਾ ਕੀਤੀ ਜਦੋਂ ਕਿ ਲੇਖਕ ਕੋਲ ਪੈਸੇ ਨਹੀਂ ਸਨ। ਵੰਸ ਹੀ ਟਰੈਂਪਲਡ ਦਾ ਰਾਈਟਰਸ ਟੋ ਐਂਡ ਅਪੋਲੋਜਾਈਜ਼ ਟੂ ਹਿਮ। ਇੱਕ ਵਾਰ ਉਸਨੇ ਲੇਖਕ ਦੇ ਪੈਰ ਦੇ ਅੰਗੂਠੇ ਨੂੰ ਕੁਚਲ ਦਿੱਤਾ ਅਤੇ ਬਾਅਦ ਦੇ ਵਿੱਚ ਉਸ ਕੋਲੋਂ ਮਾਫੀ ਮੰਗੀ। ਆ ਜਰਨੀ ਵਿਦ ਹਿਮ ਵਾਜ਼ ਅ ਲੈਸਨ ਇਨ ਨੈਚੁਰਲ ਕਾਰਟਸੀ ਐਂਡ ਗੁੱਡ ਮੈਨਰਸ। ਉਸ ਨਾਲ ਕੀਤਾ ਗਿਆ ਸਫ਼ਰ ਕੁਦਰਤੀ ਸ਼ਿਸ਼ਟਾਚਾਰ ਅਤੇ ਚੰਗੇ ਸ਼ਿਸ਼ਟਾਚਾਰ ਦੇ ਲਈ ਇੱਕ ਸਬਕ ਹੈ ਸੌਰੀ। Now, second question in the long answer type category, write in your own words the theme of the chapter on saying please. On saying please lesson ਦਾ theme ਆਪਣੇ ਸ਼ਬਦਾਂ ਦੇ ਵਿੱਚ ਲਿਖੋ। This chapter tells us about the importance of good manners. ਇਹ ਲੇਖ ਸਾਨੂੰ ਚੰਗੇ ਆਚਰਣ ਦੀ ਮਹੱਤਤਾ ਦੇ ਬਾਰੇ ਵਿੱਚ ਦੱਸਦਾ ਹੈ। ਚੰਗੇ ਸ਼ਿਸ਼ਟਾਚਾਰ। Good manners make our life pleasant. ਚੰਗੇ ਸ਼ਿਸ਼ਟਾਚਾਰ ਸਾਡੀ ਜ਼ਿੰਦਗੀ ਨੂੰ ਸੁਹਾਵਣਾ ਬਣਾ ਦਿੰਦੇ ਨੇ।
Bad manners are not a legal crime. बुरे शिष्टाचार कानूनी अपराध नहीं ਹੁੰਦੇ, बट ए मैन विद बैड मैनर इज़ डिसलाइक्ड बाय एवरीबॉडी। लेकिन एक बुरे शिष्टाचार वाले व्यक्ति ਨੂੰ हर कोई नफरत करता है। वर्ड्स लाइक प्लीज़ एंड थैंक यू आर वेरी स्मॉल बट मेक अवर सोशल लाइफ स्वीट। प्लीज़ ਅਤੇ ਥੈਂਕ ਯੂ ਵਰਗੇ ਸ਼ਬਦ ਬਹੁਤ ਛੋਟੇ ਹਨ, ਲੇਕਿਨ ਸਾਡੀ ਸਮਾਜਿਕ ਜ਼ਿੰਦਗੀ ਨੂੰ ਮਿੱਠਾ ਬਣਾ ਦਿੰਦੇ ਹਨ। ਔਨ ਦਾ ਅਦਰ ਹੈਂਡ ਬੈਡ ਮੈਨਰਸ ਪੋਇਜ਼ਨ ਦਾ ਸਟਰੀਮ ਆਫ ਲਾਈਫ। ਜਦ ਕਿ ਦੂਜੇ ਪਾਸੇ ਬੁਰੇ ਸ਼ਿਸ਼ਟਾਚਾਰ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਦਿੰਦੇ ਹਨ। The law doesn't permit us to hit back if we are the victims of bad manners। ਜੇਕਰ ਅਸੀਂ ਬੁਰੇ ਸ਼ਿਸ਼ਟਾਚਾਰ ਦਾ ਸ਼ਿਕਾਰ ਹੁੰਦੇ ਹਾਂ ਤਾਂ ਕਾਨੂੰਨ ਸਾਨੂੰ ਵਾਪਸ ਹਮਲਾ ਕਰਨ ਦੀ ਆਗਿਆ ਨਹੀਂ ਦਿੰਦਾ। Politeness is a social practice। ਨਿਮਰਤਾ ਇੱਕ ਸਮਾਜਿਕ ਪ੍ਰਥਾ ਹੈ। It spreads cheerfulness around us। ਇਹ ਸਾਡੇ ਆਲੇ ਦੁਆਲੇ ਖੁਸ਼ੀ ਬਿਖੇਰਦੀ ਹੈ। Good manners bring us love and cooperation from all। ਚੰਗੇ ਸ਼ਿਸ਼ਟਾਚਾਰ ਸਾਰੇ ਪਾਸੋਂ ਸਾਡੇ ਲਈ ਪਿਆਰ ਅਤੇ ਸਹਿਯੋਗ ਲੈ ਕੇ ਆਉਂਦੇ ਹਨ। A good mannered person makes us things easy and comfortable for all। ਇੱਕ ਚੰਗੇ ਸ਼ਿਸ਼ਟਾਚਾਰ ਵਾਲਾ ਵਿਅਕਤੀ ਸਾਰਿਆਂ ਦੇ ਲਈ ਚੀਜ਼ਾਂ ਨੂੰ ਆਸਾਨ ਅਤੇ ਆਰਾਮਦਾਇਕ ਬਣਾ ਦਿੰਦਾ ਹੈ। Dear students, this is all for today. I hope you will definitely like and enjoy the chapter. I have put a lot of efforts in preparing this lesson. I have tried to make it simple, easy, and also in short form. It will be a great moment of pleasure for me if you too do a hard work to learn this lesson. If you have any queries regarding the lesson, you can ask me. So thank you so much, dear students. Take care and have a good day. Thank you so much.